ब्रेक तो बाद एक बार फिर तो तुहाडा स्वागत है। हुण गल करतारपुर साहब के लांघे की, जिसनूं मुड़ खोलण की मंग तेज हुंदी हुई नजर आ रही है। हरसिमरत कौर बादल साबका केंद्री मंत्री दे वल्लों चिट्ठी लिखी गई है केंद्र सरकार नूं। उन्होंने कहा कि प्रकाश पुरब तो पहला करतारपुर साहब का लांघा खोलिया जाए, पवित्र जमीन की अदला बदली की मुड़ गलबात शुरू की जाए। पाकिस्तान सरकार दे कोल मुद्दा चुके केंद्र सरकार ते पाकिस्तान दे विच शांति कॉरीडोर बनाउण दी भी मंग की जाए। 9 नवंबर का दिन अज 2 साल पूरे हुए हैं जो करतारपुर कॉरीडोर खुलिया सी। 9 नवंबर 2019 ਨੂੰ 2 साल हो चुके हैं। हालांकि करीब 5 महीने बाद कॉरीडोर ਨੂੰ बंद कर दिता गया कोरोना की वजह के नाल, ते उस तो बाद तो कॉरीडोर दोबारा नहीं खुल सकिया। सिख संगत लगातार मंग कर रही है ते अज 2 साल पूरे हुए हैं। ते दूजे पासे करतारपुर लांघे का असीं जिक्र कर रहे हैं। केंद्र सरकार नूं चिट्ठी लिखी है हरसिमरत कौर बादल ने ते मंग की है कि करतारपुर लांघा प्रकाश पुरब तो पहला खोलिया जाए। 19 तरीक का इस बार गुरपुरब है, पहली पातशाही गुरु नानक देव जी का प्रकाश पुरब है। तो मंग हो रही है कि प्रकाश पुरब तो पहला ही जिहड़ा लांघा है उसनूं खोलिया जाए। उधर नवजोत सिंह सिद्धू अज डेरा बाबा नानक पहुंचे, जिथे दूरबीन के जरिए उन्होंने करतारपुर साहब के दर्शन किए ते लांघा खुलण की अरदास की। इस दौरान सिद्धू ने केंद्र सरकार को अपील की कि जीरो लाइन ते घट तो घट 4 तो 5 दूरबीना लगाईयां जाण तां जो श्रद्धालु पवित्र स्थान के दर्शन दीदार कर सकण। उन्होंने इस बारे केंद्र सरकार को चिट्ठी लिखण की भी गल कही। बाबे नानक का एक निमाणा सिख ਉਹਦਾ ਨੌਕਰ ਇੱਕ ਵਿਨम्र ਬੇਨਤੀ ਕਰ ਰਿਹਾ ਹੈ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲਿਆ ਸੀ ਔਰ ਇਹ ਲਾਂਘਾ ਖੁੱਲਣਾ ਹੀ ਖੁੱਲਣਾ ਕਿਉਂਕਿ ਸਿੱਖਾਂ ਦੀ ਤਾਂਘ ਹੈ ਇਹ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ। ਇੱਕ ਥੋੜ੍ਹੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। उधर सिद्धू की डेरा बाबा नानक फेरी के उत्ते विरोधी निशाना साध रहे हैं ते इसनूं महज सिद्धू का ड्रामा करार दिता जा रहा है। कांग्रेस नूं बेनती है कि थोड़े प्रधान की ठोको ताली दी उत्थे ISI बाजवे नाल बड़ा प्यार है, ये उधर गल कर लवे ते सरकार इधर गल कर लवे, चन्नी इधर अपना मोदी साहब नाल ते गल मसला हल हो जाए गुरसिखां दा। क्योंकि ਆਪਾਂ ਨੂੰ ਗੱਲ ਦੀ ਤਾਂ ਸਮਝ ਹੀ ਹੈ ਕੌਣ ISI ਤੋਂ ਕਿਹੜਾ ਕੰਮ ਮਸਲਾ ਹੱਲ ਕਰਾ ਸਕਦਾ। ਮਸਲਾ ਤਾਂ ਅਖੀਰ 'ਚ ਇੰਨਾ ਕਿ ਲਾਂਘਾ ਖੋਲਣਾ ਚਾਹੀਦਾ ਪੰਜਾਬੀਆਂ ਦਾ ਤਾਂ ਜਾਂ ਗੁਰੂ ਨਾਨਕ ਨਾਮ ਲੇਵਾ ਦਾ ਤਾਂ ਇਹ ਆ ਤਰੀਕਾ, ਇਹੀ ਵਰਤ ਸਕਦੇ ਦੋ। ਵੈਸੇ ਅਸੀਂ ਸਾਰੇ ਹੀ ਰਿਕੁਐਸਟ ਕਰਾਂਗੇ ਕਿ ਇਹ ਖੁੱਲ੍ਹਣਾ ਚਾਹੀਦਾ ਤੇ ਵਿਦੇਸ਼ ਰਾਜ ਮੰਤਰੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ, ਬਾਕੀਆਂ ਨਾਲ ਵੀ ਕਰਾਂਗੇ ਜਿਨ੍ਹਾਂ ਦਾ ਇਹ ਮਸਲਾ ਜਿਹੜੇ ਡਿਪਾਰਟਮੈਂਟ ਦਾ ਹੈਗਾ ਉਹ ਵਿਦੇਸ਼ ਮੰਤਰਾਲੇ ਦਾ, ਤੇ ਉਹਨਾਂ ਨਾਲ ਗੱਲ ਜ਼ਰੂਰ ਕਰਾਂਗੇ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਸਥਾਨ ਦੇ ਦੌਰੇ ਉੱਤੇ ਰਾਜਸਥਾਨ ਦੇ ਚੂਰੂ ਦੇ ਵਿੱਚ ਪਹੁੰਚੇ ਅਤੇ ਮਸ਼ਹੂਰ ਸਾਲਾਸਰ ਧਾਮ ਦੇ ਵਿੱਚ ਬਾਲਾ ਜੀ ਦੇ ਦਰਸ਼ਨ ਕੀਤੇ ਗਏ ਸੁਖਬੀਰ ਸਿੰਘ ਬਾਦਲ ਵੱਲੋਂ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦੇ ਹੋਰ ਆਗੂ ਵੀ ਮੰਦਿਰ ਦੇ ਵਿੱਚ ਸਾਲਾਸਰ ਸਾਹਿਬ ਦੇ ਵਿੱਚ ਪੂਜਾ ਅਰਚਨਾ ਕਰਨ ਪਹੁੰਚੇ ਸਨ। ਉਹਨਾਂ ਨੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਮੰਦਿਰ ਦੇ ਪੁਜਾਰੀ ਨੇ ਵੀ ਸਾਰਿਆਂ ਦਾ ਸਵਾਗਤ ਕੀਤਾ। ਇਹ ਤਸਵੀਰਾਂ ਚੂਰੂ ਰਾਜਸਥਾਨ ਦੀਆਂ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉੱਥੇ ਪਹੁੰਚੇ ਸਾਲਾਸਰ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ। ਅਨਿਲ ਜੋਸ਼ੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਤੇ ਹੋਰ ਵੀ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹ ਵੀ ਉਹਨਾਂ ਦੇ ਨਾਲ ਪਹੁੰਚੇ ਹੋਏ ਸਨ।
ਤਾਂ ਅਕਾਲੀ ਦਲ ਦੇ ਹੋਰ ਆਗੂ ਵੀ ਮੌਜੂਦ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਖ-ਵੱਖ ਹਿੰਦੂ ਤੀਰਥਾਂ ਦੇ ਉੱਤੇ ਪਿਛਲੇ ਕੁਝ ਸਮੇਂ ਦੇ ਵਿੱਚ ਨਜ਼ਰ ਆਏ ਨੇ। ਮਾਤਾ ਚਿੰਤਪੁਰਨੀ ਪਹੁੰਚੇ ਸੀ, ਉੱਥੇ ਦਰਸ਼ਨ ਉਹਨਾਂ ਦੇ ਵੱਲੋਂ ਕੀਤੇ ਗਏ ਤੇ ਅੱਜ ਉਹ ਪਹੁੰਚੇ ਹੋਏ ਨੇ ਰਾਜਸਥਾਨ ਚੂਰੂ, ਜਿੱਥੇ ਜਾ ਕੇ ਉਹਨਾਂ ਨੇ ਸਾਲਾਸਰ ਧਾਮ ਦੇ ਵਿੱਚ ਮੱਥਾ ਟੇਕਿਆ, ਨਤਮਸਤਕ ਹੋਏ ਨੇ। ਹੁਣ ਸਿਆਸੀ ਤੌਰ ਦੇ ਉੱਤੇ ਵੀ ਇਸ ਫੇਰੀ ਨੂੰ ਜ਼ਰੂਰ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਵੱਡਾ ਵੋਟ ਬੈਂਕ ਹਿੰਦੂ ਵੋਟ ਬੈਂਕ ਵੀ ਹੈ ਤੇ ਉਹ ਵੀ ਸਿਆਸੀ ਪਾਰਟੀਆਂ ਦੇ ਜ਼ਿਹਨ ਦੇ ਵਿੱਚ ਹੈ। ਸਿੱਧੂ ਮੁੱਖ ਮੰਤਰੀ ਚੰਨੀ ਕੇਦਾਰਨਾਥ ਪਹੁੰਚੇ, ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਉਹਨਾਂ ਨੇ। ਅਰਵਿੰਦ ਕੇਜਰੀਵਾਲ ਆਉਂਦੇ ਨੇ ਪੰਜਾਬ ਤੋਂ, ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਦਰਸ਼ਨ ਕੀਤੇ ਜਾਂਦੇ ਨੇ, ਮੰਦਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ। ਖੈਰ ਸਿਆਸਤ ਹੈ, ਹੁਣ ਇਸ ਨੂੰ ਸਿਆਸਤ ਦੇ ਨਾਲ ਵੀ ਜੋੜਦੇ ਨੇ ਵਿਰੋਧੀ। ਤਾਂ ਰਾਜਸਥਾਨ ਦੇ ਚੂਰੂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਤੇ ਉੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। चौथे सम्मानित भी किया गया सुखबीर सिंह बादल ਨੂੰ। ਮੰਦਰ ਦੇ ਅੰਦਰ ਜਦੋਂ ਪਹੁੰਚੇ ਨੇ ਉਸ ਸਮੇਂ ਦੀਆਂ ਵੀ ਤਸਵੀਰਾਂ ਨੇ। ਐਨਕੇ ਸ਼ਰਮਾ, ਅਨਿਲ ਜੋਸ਼ੀ, ਜਿਹੜੇ ਹੋਰ ਅਕਾਲੀ ਦਲ ਦੇ ਵੱਡੇ ਆਗੂ ਨੇ, ਉਹ ਵੀ ਨਾਲ ਪਹੁੰਚੇ ਹੋਏ ਨੇ, ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਤੇ ਚੂਰੂ ਰਾਜਸਥਾਨ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ ਲੋਕ ਵੀ ਜਾਂਦੇ ਨੇ ਸਾਲਾਸਰ ਧਾਮ ਦੇ ਵਿੱਚ ਦਰਸ਼ਨ ਕਰਨ ਦੇ ਲਈ, ਮੰਨਤਾਂ ਉੱਥੇ ਮੰਗਣ ਦੇ ਲਈ, ਦਰਸ਼ਨਾਂ ਦੇ ਲਈ। ਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਉੱਥੇ ਪਹੁੰਚੇ। ਉੱਥੇ ਮੰਦਿਰ ਕਮੇਟੀ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਸਵਾਗਤ ਹੋਇਆ ਉਹਨਾਂ ਦਾ। ਤਾਂ ਧਾਰਮਿਕ ਸਥਲ ਦੇ ਉੱਤੇ ਸਿਆਸੀ ਦਿੱਗਜ ਪਹੁੰਚੇ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਦੇ ਉੱਤੇ ਸਿਆਸੀ ਘਮਸਾਨ ਛਿੜ ਗਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਫੈਸਲੇ ਦੇ ਉੱਤੇ ਸਵਾਲ ਚੁੱਕੇ ਨੇ। ਖੇਤਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਖੇਤਾਂ ਦੇ ਵਿੱਚ ਅਜੇ ਵੀ ਝੋਨੇ ਦੀ ਫਸਲ ਖੜੀ ਹੈ। ਬੇਮੌਸਮੀ ਬਰਸਾਤ ਕਰਕੇ ਵਾਢੀ ਦੇਰ ਦੇ ਨਾਲ ਹੋਈ, ਕਿਸਾਨ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਪਹੁੰਚ ਰਹੇ ਨੇ, ਤਾਂ ਫਿਰ ਖਰੀਦ ਕਿਉਂ ਬੰਦ ਕੀਤੀ ਗਈ ਹੈ? ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਕਹਿ ਰਹੀਆਂ ਨੇ, ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਰਕਾਰ ਕਿਸਾਨ ਵਿਰੋਧੀ ਹੈ। ਇਲਜ਼ਾਮ ਲਗਾ ਦਿੱਤੇ ਗਏ ਨੇ। ਤਾਂ ਝੋਨੇ ਦਾ ਸੀਜ਼ਨ ਆਮ ਤੌਰ ਤੇ ਕਣਕ ਤੇ ਝੋਨੇ ਦੇ ਸੀਜ਼ਨ ਨੂੰ ਜੇਕਰ ਆਪਾਂ ਤੁਲਨਾ ਕਰੀਏ ਤਾਂ ਝੋਨੇ ਦਾ ਸੀਜ਼ਨ ਕਣਕ ਦੇ ਨਾਲੋਂ ਕਾਫੀ ਲੰਬਾ ਚੱਲਦਾ ਹੈ ਅਤੇ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ। ਇਸ ਵਾਰ ਸਰਕਾਰੀ ਖਰੀਦ ਸ਼ੁਰੂ ਹੋਣ ਨੂੰ ਲੈ ਕੇ ਵੀ ਬਵਾਲ ਹੋਇਆ ਸੀ, ਤੁਹਾਨੂੰ ਯਾਦ ਹੋਣਾ ਹੈ, ਕਿਉਂਕਿ ਕੇਂਦਰ ਦੀ ਸਰਕਾਰ ਨੇ ਉਸ ਨੂੰ 10-11 ਦਿਨ ਅੱਗੇ ਪਾ ਦਿੱਤਾ ਸੀ। ਖੂਬ ਬਵਾਲ ਹੋਇਆ ਤੇ ਇਸ ਬਵਾਲ ਦੇ ਵਿਚਾਲੇ ਖਰੀਦ 1-2 ਦਿਨਾਂ ਬਾਅਦ ਸ਼ੁਰੂ ਕਰ ਦਿੱਤੀ ਗਈ ਸੀ। ਖੈਰ ਪੂਰਾ ਮਹੀਨਾ ਨਿਕਲਿਆ, 9 ਨਵੰਬਰ ਦਾ ਅੱਜ ਦਿਨ ਹੈ, ਕਰੀਬ ਸਵਾ ਮਹੀਨਾ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਦੇ ਉੱਤੇ ਸਿਆਸੀ ਘਮਸਾਨ ਛਿੜਿਆ। ਹਾਲਾਂਕਿ ਜੇਕਰ ਪਿਛਲੇ ਸਾਲਾਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਜਦੋਂ ਖਰੀਦ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਮਹੀਨੇ ਸਵਾ ਮਹੀਨੇ ਬਾਅਦ ਬਹੁਤ ਸਾਰੇ ਸੈਂਟਰ, ਜਿਹੜੇ ਖਰੀਦ ਸੈਂਟਰ ਹੁੰਦੇ ਨੇ, ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਸਾਰੇ ਪੰਜਾਬ ਦੇ ਵਿੱਚ ਖਰੀਦ ਬੰਦ ਹੋ ਗਈ, ਬਲਕਿ ਕੁਝ ਚੁਣਿੰਦਾ ਸੈਂਟਰ ਰਹਿ ਜਾਂਦੇ ਨੇ ਜਿੱਥੇ ਮੰਡੀਆਂ ਦੇ ਵਿੱਚ ਜਾ ਕੇ ਕਿਸਾਨ ਆਪਣੀ ਫਸਲ ਵੇਚ ਸਕਦੇ ਨੇ। ਜਿਹੜੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟ ਬਣੇ ਹੁੰਦੇ ਨੇ ਉੱਥੇ ਖਰੀਦਦਾਰੀ ਜ਼ਰੂਰ ਬੰਦ ਹੋ ਜਾਂਦੀ ਹੈ, ਜਾਂ ਛੋਟੇ ਥਾਵਾਂ ਦੇ ਉੱਤੇ ਜਿੱਥੇ ਬਹੁਤ ਜ਼ਿਆਦਾ ਆਮਦ ਨਹੀਂ ਹੁੰਦੀ ਫਸਲ ਦੀ, ਉੱਥੇ ਜ਼ਰੂਰ ਜਿਹੜੀ ਸਰਕਾਰੀ ਖਰੀਦ ਹੈ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਵਿਰੋਧੀ ਸਵਾਲ ਚੁੱਕ ਰਹੇ ਨੇ ਤੇ ਹਵਾਲਾ ਦਿੱਤਾ ਜਾ ਰਿਹਾ ਕਿ ਇਸ ਵਾਰ ਬੇਮੌਸਮੀ ਬਰਸਾਤ ਜਿਹੜੀ ਹੋਈ ਹੈ ਤੇ ਉਸ ਨੂੰ ਵੀ ਕੀ ਸਰਕਾਰ ਨੇ ਧਿਆਨ ਦੇ ਵਿੱਚ ਨਹੀਂ ਰੱਖਿਆ ਤੇ ਖਰੀਦ ਨੂੰ ਬੰਦ ਕਰ ਦਿੱਤਾ ਹੈ। ਕਣਕ ਮਾਫੀ ਚਾਹੂੰਗਾ ਝੋਨੇ ਨੂੰ ਲੈ ਕੇ ਤਾਂ ਅਜੇ ਪਹੁੰਚ ਰਹੇ ਨੇ ਕਿਸਾਨ। ਜੇ ਕਿਸਾਨ ਪਹੁੰਚ ਰਹੇ ਨੇ ਤਾਂ ਫਿਰ ਕਿਉਂ ਇਹ ਜਿਹੜੀ ਸਰਕਾਰੀ ਖਰੀਦ ਹੈ ਝੋਨੇ ਦੀ ਉਹ ਬੰਦ ਕੀਤੀ ਗਈ? ਕਦੇ ਵੀ ਇਹ ਫੈਸਲਾ ਨਹੀਂ ਹੋਇਆ ਕਿ ਹਲੇ ਸਾਰੇ ਝੋਨੇ ਦੀ ਲਿਫਟਿੰਗ ਹੋਈ ਨਹੀਂ, ਖਰੀਦ ਹੋਈ ਨਹੀਂ ਤੇ ਮੰਡੀਆਂ ਬੰਦ ਕਰਤੀਆਂ ਗਈਆਂ ਨੇ। ਪਹਿਲਾਂ ਵੀ ਤੁਸੀਂ ਲੇਟ ਸ਼ੁਰੂ ਕੀਤੀਆਂ, ਪਹਿਲਾਂ ਲੋਕਾਂ ਨੂੰ ਖੱਜਲ ਖਵਾਰ ਕੀਤਾ, ਲੋਕਾਂ ਨੇ ਘੱਟ ਰੇਟ 'ਚ ਦੇਣੀ ਪਈ ਫਸਲ ਆਪਦੀ, ਤੇ ਹੁਣ ਮੰਡੀਆਂ ਹੀ ਬੰਦ ਕਰਤੀਆਂ। ਪੰਜਾਬ ਦੇ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਹਜੇ ਖੇਤਾਂ ਵਿੱਚ ਖੜੀ ਆ, ਪਰ ਪੰਜਾਬ ਸਰਕਾਰ ਨੇ, ਚੰਨੀ ਸਾਹਿਬ ਦੀ ਸਰਕਾਰ ਨੇ, ਕਾਂਗਰਸ ਪਾਰਟੀ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਝੋਨੇ ਦੀ ਖਰੀਦ ਤੇ ਪਾਬੰਦੀ ਲਾ ਦਿੱਤੀ, ਕਿਉਂਕਿ ਇਸ ਵਾਰ ਬੇਮੌਸਮੀ ਬਾਰਿਸ਼ ਹੋਣ ਦੇ ਕਾਰਨ ਫਸਲ ਦੀ ਕਟਾਈ ਲੇਟ ਸ਼ੁਰੂ ਹੋਈ ਆ, ਔਰ ਲੇਟ ਸ਼ੁਰੂ ਹੋਣ ਦੇ ਕਾਰਨ ਹਜੇ ਮੰਡੀਆਂ ਵਿੱਚ ਜਿਹੜੀ ਆ ਉਹ ਝੋਨਾ ਆ ਰਿਹਾ ਹੈਗਾ, ਜੀਰੀ ਆ ਰਹੀ ਆ, ਔਰ ਲਗਭਗ 25% ਦੇ ਕਰੀਬ ਜਿਹੜੀ ਝੋਨੇ ਦੀ ਫਸਲ ਆ ਹਜੇ ਖੇਤਾਂ ਵਿੱਚ ਖੜੀ ਹੈਗੀ। ਪਰ ਪੰਜਾਬ ਸਰਕਾਰ ਨੇ ਇਹ ਆਰਡਰ ਜਾਰੀ ਕਰਤਾ ਕਿ ਝੋਨੇ ਦੀ ਜਿਹੜੀ ਖਰੀਦ ਤੇ ਪਾਬੰਦੀ ਲਾਈ ਗਈ ਆ। ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਖਰੀਦ ਬੰਦ ਹੋ ਗਈ ਆ। ਇੱਕ ਪਾਸੇ ਉਹਨਾਂ ਕਾਲੇ ਕਾਨੂੰਨਾਂ ਦੇ ਰਾਹੀਂ
ਪੰਜਾਬ ਦੀਆਂ ਮੰਡੀਆਂ ਨੂੰ ਤੋੜਿਆ ਜਾ ਰਿਹਾ, ਔਰ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਹ ਜਿਹੜੀ ਫਸਲ ਬਚਦੀ ਹੈ ਕਿਸਾਨ ਦੀ, ਇਹ ਪ੍ਰਾਈਵੇਟ ਹੱਥਾਂ 'ਚ ਵੇਚਣ ਦੇ ਲਈ ਪੰਜਾਬ ਦੇ ਕਿਸਾਨ ਨੂੰ ਮਜਬੂਰ ਕਰ ਰਹੀ ਹੈਗੀ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਝੋਨੇ ਦੀ ਖਰੀਦ ਦੇ ਜਿਹੜੀ ਪਾਬੰਦੀ ਲਾਈ ਗਈ ਹੈ ਉਹ ਤੁਰੰਤ ਜਿਹੜੀ ਖਤਮ ਕੀਤੀ ਜਾਵੇ, ਔਰ ਝੋਨੇ ਦੀ ਖਰੀਦ ਜਿਹੜੀ ਹੈ ਦੁਬਾਰਾ ਸ਼ੁਰੂ ਕੀਤੀ ਜਾਵੇ, ਕਿਉਂਕਿ ਹਜੇ ਲਗਭਗ 25% ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣੋਂ ਰਹਿੰਦੀ ਹੈਗੀ। ਇੱਥੇ ਰੁਕਨੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।